ਇਸ ਤੋਂ ਪਹਿਲਾਂ ਵਾਲੀ ਵੀਡੀਓ ਰਾਹੀਂ ਅਸੀਂ ਗੁਪਤ ਸਮਰਾਜ ਬਾਰੇ ਕੀਤਾ ਸੀ ਅਤੇ ਅੱਜ ਮੈਨੂੰ ਥੋੜ੍ਹਾ ਹੋਰ ਲੱਗਿਆ ਕਿ ਅਸੀਂ ਜੋ ਕੱਲ੍ਹ ਕੀਤਾ ਸੀ ਉਸ ਨੂੰ ਹੋਰ ਚੰਗੀ ਤਰ੍ਹਾਂ ਯਾਦ ਕਰਨ ਦੇ ਲਈ ਥੋੜ੍ਹਾ ਹੋਰ ਇਸ 'ਤੇ ਚਰਚਾ ਕਰ ਸਕਦੇ ਹਾਂ। ਤਾਂ ਕੱਲ੍ਹ ਵਾਲੇ ਟੌਪਿਕ ਦੇ ਉੱਤੇ ਹੀ ਦੁਬਾਰਾ ਅਸੀਂ ਅੱਜ ਚਰਚਾ ਕਰਾਂਗੇ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਯਾਦ ਰਹਿ ਜਾਏ। 300 ਈਸਵੀ ਵਿੱਚ ਕੁਸ਼ਾਨਾਂ ਦੇ ਪਤਨ ਦੇ ਨਾਲ ਹੀ ਉੱਤਰੀ ਭਾਰਤ ਕਈ ਛੋਟੇ ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਗਿਆ। ਦੇਖੋ, ਸਭ ਤੋਂ ਪਹਿਲਾਂ ਮੌਰਿਆ ਚੰਦਰਗੁਪਤ ਮੌਰਿਆ ਨੇ ਨੀਂਹ ਰੱਖੀ ਸੀ, ਤਾਂ ਉਸ ਤੋਂ ਪਹਿਲਾਂ ਵੀ ਭਾਰਤ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ ਅਤੇ ਕੁਸ਼ਾਨ ਕਾਲ ਦਾ ਅੰਤ ਹੋਇਆ ਤਾਂ ਫਿਰ ਛੋਟੇ ਛੋਟੇ ਭਾਗਾਂ 'ਚ ਵੰਡਿਆ ਗਿਆ। ਇਹਨਾਂ ਵਿੱਚੋਂ ਇੱਕ ਅਜਿਹਾ ਰਾਜ ਪੂਰਬੀ ਉੱਤਰ ਪ੍ਰਦੇਸ਼ ਵਿੱਚ ਗੁਪਤਿਆਂ ਦਾ ਸੀ ਜਿਹੜਾ ਕਿ ਮਹਾਰਾਜਾ ਗੁਪਤ ਨੇ ਸਥਾਪਿਤ ਕੀਤਾ ਸੀ। ਉਸ ਦਾ ਪੋਤਾ ਚੰਦਰਗੁਪਤ ਪਹਿਲਾ ਇਸ ਵੰਸ਼ ਦਾ ਪਹਿਲਾ ਵਰਣਨਯੋਗ ਰਾਜਾ ਸੀ ਜਿਹੜਾ 319 ਈਸਵੀ ਵਿੱਚ ਸਿੰਘਾਸਣ 'ਤੇ ਬੈਠਾ। ਉਸਨੇ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਅਤੇ ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਕੇ ਇਸ ਦਾ ਵਿਸਤਾਰ ਕੀਤਾ। ਉਸ ਦਾ ਪੁੱਤਰ ਸਮੁੰਦਰਗੁਪਤ ਇਸ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸੀ। ਦੇਖੋ, ਜੋ ਇਹ ਪਹਿਰਾ ਗਾ, ਜੇਕਰ ਅਸੀਂ ਇਸ ਨੂੰ ਮੌਰੀਆ ਸਾਮਰਾਜ ਦੇ ਨਾਲ ਜੋੜੀਏ ਤਾਂ ਮੌਰੀਆ ਸਾਮਰਾਜ ਦਾ ਵੀ ਪਹਿਲਾ ਮਹਾਨ ਰਾਜਾ ਹੋਇਆ ਚੰਦਰਗੁਪਤ ਮੌਰਿਆ। ਉਹ ਮੌਰੀਆ ਸਾਮਰਾਜ ਸੀ ਅਤੇ ਚੰਦਰਗੁਪਤ ਮੌਰੀਆ। ਤਾਂ ਜੇਕਰ ਗੁਪਤ ਦੀ ਗੱਲ ਕਰੀਏ ਤਾਂ ਗੁਪਤ ਸਾਮਰਾਜ ਦਾ ਵੀ ਪਹਿਲਾ ਮਹਾਨ ਰਾਜਾ ਹੋਇਆ ਉਹ ਹੈ ਚੰਦਰਗੁਪਤ ਪਹਿਲਾ। ਦੇਖੋ, ਉਹ ਮੌਰੀਆ ਸਾਮਰਾਜ ਸੀ ਜੋ ਕਿ ਬਿਲਕੁਲ ਭਾਰਤੀ ਸੀ ਅਤੇ ਗੁਪਤ ਸਾਮਰਾਜ ਇਹ ਵੀ ਭਾਰਤੀ। ਅਤੇ ਇਹਨਾਂ ਦੇ ਵਿਚਕਾਰ ਦਾ ਜੋ ਅੰਤਰਾਲ ਹੈਗਾ ਉਹਦੇ ਵਿੱਚ ਵਿਦੇਸ਼ੀ ਹਮਲਾਵਰ ਵੀ ਆਏ, ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲਾਂ ਕੀਤਾ ਸੀਗਾ ਕਿ ਸ਼ਕ ਆਏ ਜਿਹਨਾਂ ਨੂੰ ਸੀਥੀਅਨਸ ਕਿਹਾ ਜਾਂਦਾ, ਪੱਲਵ ਆਏ, ਕੁਸ਼ਾਨ ਆਏ। ਕੁਸ਼ਾਨਾਂ ਦਾ ਅੰਤ ਹੋ ਗਿਆ ਤਾਂ ਫਿਰ ਇੱਕ ਭਾਰਤੀ ਨਾਗਰਿਕ, ਮਤਲਬ ਇਸ ਨਾਲ ਗੁਪਤ, ਤਾਂ ਇਹ ਸੀਗਾ ਪੂਰਬੀ ਉੱਤਰ ਪ੍ਰਦੇਸ਼ ਦਾ ਖੇਤਰ। ਜੇਕਰ ਅਸੀਂ ਪ੍ਰਾਚੀਨ ਇਤਿਹਾਸ 'ਤੇ ਝਾਤੀ ਮਾਰੀਏ ਜਿੰਨਾ ਅਸੀਂ ਕਰ ਚੁੱਕੇ ਹਾਂ, ਦੇਖੋ ਅਸੀਂ ਕੀਤਾ ਸੀ ਸਿੰਧ ਘਾਟੀ ਸੱਭਿਅਤਾ ਦਾ ਪਤਨ ਹੋ ਗਿਆ ਤਾਂ ਅਸੀਂ ਉਸ ਤੋਂ ਬਾਅਦ ਉਹਦੇ ਵਿੱਚ ਪੜ੍ਹਿਆ ਸੀ ਕਿ ਲੋਕਾਂ ਨੇ ਗੰਗਾ ਦੇ ਖੇਤਰਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ। ਤਾਂ ਕਰਕੇ ਫਿਰ ਕਿਹੜੀ ਸੱਭਿਅਤਾ ਆਈ ਸੀ? ਸਾਡੀ ਇੱਕ ਨਵੀਂ ਵੈਦਿਕ ਸੱਭਿਅਤਾ, ਆਰਿਆ। ਤਾਂ ਫਿਰ ਉਸ ਤੋਂ ਬਾਅਦ ਭਾਰਤ ਖੇਰੂ ਹੋ ਗਿਆ, ਪ੍ਰਾਂਤਾਂ 'ਚ ਹਿੱਸਿਆਂ 'ਚ ਵੰਡਿਆ ਗਿਆ। ਤਾਂ ਫਿਰ 326 ਈਸਵੀ ਪੂਰਵ ਵਿੱਚ ਸਿਕੰਦਰ ਨੇ ਹਮਲਾ ਕੀਤਾ। ਤਾਂ ਫਿਰ 321 ਈਸਵੀ ਪੂਰਵ ਵਿੱਚ ਚੰਦਰਗੁਪਤ ਮੌਰਿਆ ਨੇ ਆਪਣੇ ਗੁਰੂ ਚਨਕਿਆ ਦੇ ਨਾਲ ਮਿਲ ਕੇ ਨੰਦ ਵੰਸ਼ ਦਾ ਖਾਤਮਾ ਕੀਤਾ ਸੀ ਅਤੇ ਚੰਦਰਗੁਪਤ ਮੌਰਿਆ ਨੇ ਮੌਰਿਆ ਵੰਸ਼ ਦੀ ਨੀਂਹ ਰੱਖੀ ਸੀ, ਜੋ ਇੱਕ ਇੱਕ ਡਾਇਨੈਸਟੀ, ਇੱਕ ਪੂਰਾ ਵੰਸ਼ ਸੀ। ਚੰਦਰਗੁਪਤ ਮੌਰਿਆ ਉਸ ਤੋਂ ਬਾਅਦ ਉਸ ਦਾ ਪੁੱਤਰ ਸੀਗਾ ਬਿੰਦੂਸਾਰ, ਫਿਰ ਗਾਹਾਂ ਉਸ ਦਾ ਪੁੱਤਰ ਸੀ ਅਸ਼ੋਕ। ਇੱਕ ਪੂਰੇ ਦਾ ਪੂਰਾ ਇੱਕ ਖਾਨਦਾਨ ਚੱਲਿਆ। ਉਹ ਕਿਹਦੇ ਦੁਆਲੇ ਸੀਗਾ? ਮਗਧ। ਭਾਵ ਜੋ ਚੰਦਰਗੁਪਤ ਮੌਰਿਆ ਨੇ ਸ਼ੁਰੂ ਕੀਤਾ ਸੀਗਾ ਮਗਧ ਤੋਂ। ਇਹ ਗੱਲ ਸਮਝਣ ਦੀ ਆ ਕਿਉਂਕਿ ਅਸੀਂ ਪਹਿਲਾਂ 16 ਮਹਾਂਜਨਪਦ ਕੀਤੇ, ਜਿਨ੍ਹਾਂ ਦੇ ਵਿੱਚੋਂ ਮਗਧ ਮਹਾਂਜਨਪਦ ਇੱਕ ਬਹੁਤ ਜ਼ਿਆਦਾ ਤਾਕਤਵਰ, ਇੱਕ ਪ੍ਰਫੁੱਲਤ ਹੋਇਆ, ਜਿਹਦੇ ਵਿੱਚ ਹਰੀਅੰਕ ਵੰਸ਼ ਦਾ ਬਿੰਬੀਸਾਰ, ਉਹਦਾ ਪੁੱਤਰ ਅਜਾਤਸ਼ਤਰੂ, ਫਿਰ ਸ਼ਿਸ਼ੂਨਾਗ ਵੰਸ਼, ਉਸ ਤੋਂ ਬਾਅਦ ਨੰਦ ਵੰਸ਼ ਅਤੇ ਨੰਦਾ ਦਾ ਖਾਤਮਾ ਕੀਤਾ ਸੀਗਾ ਆਪਣਾ ਚੰਦਰਗੁਪਤ ਮੌਰਿਆ ਨੇ। ਤਾਂ ਜੋ ਇਸ ਤੋਂ ਪਹਿਲਾਂ ਦਾ ਜੋ ਸਾਡਾ ਕੰਮ ਰਿਹਾ ਉਹ ਰਿਹਾ ਲਗਭਗ ਬਿਹਾਰ ਦੇ ਵਿੱਚ, ਕਿਉਂਕਿ ਜੇਕਰ ਅਸੀਂ ਸਿੰਧ ਘਾਟੀ ਸੱਭਿਅਤਾ ਤੋਂ ਦੇਖੀਏ ਤਾਂ ਪੱਛਮੀ ਉੱਤਰ ਪ੍ਰਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਸੀ ਆਲਮਗੀਰਪੁਰ, ਅਤੇ ਬਾਕੀ ਸਿੰਧ ਥੋੜ੍ਹਾ ਪੱਛਮੀ ਪੰਜਾਬ ਕਹਿ ਲਈਏ, ਪੱਛਮੀ ਪੰਜਾਬ, ਪਾਕਿਸਤਾਨ, ਗੁਜਰਾਤ, ਰਾਜਸਥਾਨ, ਇੱਧਰ ਦਾ ਖੇਤਰ ਸੀ ਅਤੇ ਬਿਹਾਰ ਤੋਂ ਅੱਗੇ ਕੋਈ ਜ਼ਿਆਦਾ ਤਾਲੁਕਾਤ ਨਹੀਂ ਸੀ। ਫਿਰ ਜੋ ਅਸੀਂ 16 ਮਹਾਂਜਨਪਦਾਂ ਬਾਰੇ ਪੜ੍ਹਿਆ ਉਹਨਾਂ ਵਿੱਚੋਂ ਮਗਧ ਸਮਰਾਜ ਸੀ, ਜੋ ਕਿ ਜਿਸ ਦੀ ਰਾਜਧਾਨੀ ਰਾਜਗ੍ਰਹਿ ਰਹੀ, ਪਾਟਲੀਪੁੱਤਰ ਰਹੀ, ਵਰਤਮਾਨ ਪਟਨਾ ਰਹੀ। ਤਾਂ ਮੇਰੇ ਕਹਿਣ ਦਾ ਭਾਵ
ਤਾਂ ਉਹਨਾਂ ਦਾ ਸੰਬੰਧ ਜ਼ਿਆਦਾਤਰ ਰਿਹਾ ਮਗਧ ਸਾਮਰਾਜ ਤੱਕ। ਜੋ ਗੁਪਤ ਨੇ, ਗੁਪਤਿਆਂ ਦਾ ਪੂਰਬੀ ਉੱਤਰ ਪ੍ਰਦੇਸ਼ 'ਚ ਕੰਮ ਸ਼ੁਰੂ ਹੋਇਆ ਸੀ। ਤਾਂ ਸਭ ਤੋਂ ਪਹਿਲਾ ਰਾਜਾ ਸੀ ਮਹਾਰਾਜਾ ਗੁਪਤ। ਮਹਾਰਾਜਾ ਗੁਪਤ ਇਹ ਨਾਮ 'ਤੇ ਪਤਾ ਲੱਗ ਜੂਗਾ ਕਿ ਉਪਾਧੀ ਉਹਦੇ ਕੋਲ ਮਹਾਰਾਜਾ ਸੀ ਅਤੇ ਗੁਪਤ। ਤਾਂ ਜਿਸ ਤਰ੍ਹਾਂ ਮੌਰੀਆ ਵੰਸ਼ ਦਾ ਮਸ਼ਹੂਰ ਸੀਗਾ ਚੰਦਰਗੁਪਤ ਮੌਰੀਆ, ਤਾਂ ਗੁਪਤ ਵੰਸ਼ ਦਾ ਵੀ ਪਹਿਲਾ ਅਸੀਂ ਕਹਿ ਸਕਦੇ ਹਾਂ ਚੰਦਰਗੁਪਤ ਪਹਿਲਾ। ਤਾਂ ਅਸੀਂ ਦੋਨੋਂ ਨੂੰ ਕੋਰਿਲੇਟ ਕਰ ਸਕਦੇ ਹਾਂ ਕਿ ਮੌਰੀਆ ਵੰਸ਼ ਅਤੇ ਗੁਪਤ ਵੰਸ਼ ਨੂੰ। ਚੰਦਰਗੁਪਤ ਮੌਰੀਆ ਅਤੇ ਚੰਦਰਗੁਪਤ ਪਹਿਲਾ, ਅਤੇ ਜਿਹਦਾ ਮਤਲਬ ਵੰਸ਼ ਦਾ ਪਹਿਲਾ ਰਾਜਾ ਜਿਸ ਦਾ ਨਾਮ ਵਰਣਨਯੋਗ ਹੈ, ਜਿਹੜਾ 319 ਈਸਵੀ ਵਿੱਚ ਸਿੰਘਾਸਣ 'ਤੇ ਬੈਠਿਆ। ਹਾਂ, ਹੁਣ ਜੇਕਰ ਅਸੀਂ ਚੰਦਰਗੁਪਤ ਮੌਰੀਆ ਅਤੇ ਚੰਦਰਗੁਪਤ ਪਹਿਲੇ ਦਾ ਆਪਸ ਦੇ ਵਿੱਚ ਅਸੀਂ ਹੁਣ ਕੰਪੈਰੀਜ਼ਨ ਕਰੀਏ, ਤਾਂ ਦੇਖੋ ਯਾਦ ਕਰਨ ਦੇ ਵਾਸਤੇ ਉਹ ਸੀਗਾ 321 ਈਸਵੀ ਪੂਰਬ, 321 ਈਸਵੀ ਪੂਰਬ। ਅਤੇ ਚੰਦਰਗੁਪਤ ਪਹਿਲਾ ਇਹ ਅਸੀਂ ਕਰ ਰਹੇ ਹਾਂ 319 ਈਸਵੀ। ਅਤੇ ਜੇਕਰ ਅਸੀਂ ਦੋ ਦਾ ਸ਼ਬਦ ਦੇਖੀਏ, ਦੇਖੋ ਚੰਦਰਗੁਪਤ ਮੌਰੀਆ ਇੱਕ, ਚੰਦਰਗੁਪਤ ਪਹਿਲਾ ਦੂਜਾ ਬੰਦਾ ਦੋ, ਭਾਵ ਇਹ ਦੂਜੇ ਨੰਬਰ 'ਤੇ ਆ ਗਿਆ। ਚੰਦਰਗੁਪਤ ਮੌਰੀਆ ਪਹਿਲਾ ਨਾਮ, ਚੰਦਰਗੁਪਤ ਪਹਿਲਾ ਯਾਨੀ ਕਿ ਦੂਜੀ ਵਾਰੀ ਆਇਆ। ਜੇਕਰ ਅਸੀਂ 321 ਦੇ ਵਿੱਚ 2 ਘਟਾ ਦਈਏ ਤਾਂ ਕਿੰਨਾ ਬਣ ਜਾਂਦਾ 319। 321 ਦੇ ਵਿੱਚੋਂ 2 ਘਟਾ ਦਈਏ, ਭਾਵ ਦੂਜੀ ਵਾਰੀ ਨਾਮ ਵਰਤਿਆ ਗਿਆ ਚੰਦਰਗੁਪਤ, 2 ਘਟਾਤਾ ਤਾਂ ਕਿੰਨਾ ਰਹੇਗਾ 319। ਉਹ 321 ਈਸਵੀ ਪੂਰਬ ਸੀ, ਇਹ ਯਾਦ ਰੱਖਣਾ, ਚੰਦਰਗੁਪਤ ਮੌਰੀਆ ਵਾਲਾ। ਅਤੇ ਚੰਦਰਗੁਪਤ ਪਹਿਲੇ ਵਾਲਾ 319 ਈਸਵੀ, ਦੂਜੀ ਵਾਰੀ ਨਾਮ ਆ ਗਿਆ ਚੰਦਰਗੁਪਤ ਤਾਂ 2 ਘਟਾਤਾ ਤਾਂ 319, ਇਹ ਯਾਦ ਰਹਿ ਜੂਗਾ। ਉਹ ਈਸਵੀ ਪੂਰਬ ਸੀ 321, ਇਹ 319 ਈਸਵੀ, ਭਾਵ AD ਆ, ਉਹ BC ਸੀ। ਤਾਂ ਦੋਨਾਂ ਦੇ ਮਸ਼ਹੂਰ ਰਾਜੇ ਕਿਹੜੇ ਹੋਏ, ਉਹਦਾ ਚੰਦਰਗੁਪਤ ਮੌਰੀਆ ਸੀ ਪਹਿਲਾ, ਅਤੇ ਇਹਨਾਂ ਦਾ ਚੰਦਰਗੁਪਤ ਪਹਿਲਾ, ਜਿਹਦਾ ਇਤਿਹਾਸ ਦੇ ਵਿੱਚ ਨਾਮ ਬੋਲਦਾ। ਤਾਂ 2 ਘਟਾ ਦਿਓ 319 ਈਸਵੀ, ਇਹ AD ਆ, ਉਹ BC ਸੀ 321। ਉਸਨੇ ਲਿਸ਼ਬੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕੀਤਾ ਚੰਦਰਗੁਪਤ ਪਹਿਲੇ ਨੇ, ਅਤੇ ਆਪਣੇ ਰਾਜ ਵਿੱਚ ਮਗਧ ਨੂੰ ਮਿਲਾ ਕੇ। ਦੇਖੋ ਚੰਦਰਗੁਪਤ ਮੌਰੀਆ ਦਾ ਜੋ ਸਾਮਰਾਜ ਸੀ ਉਹ ਮਗਧ ਤੋਂ ਸ਼ੁਰੂ ਹੋਇਆ ਸੀ, ਮਗਧ ਤੋਂ ਸ਼ੁਰੂ ਹੋ ਕੇ ਉਹ ਅੱਗੇ ਵਧਿਆ ਸੀ। ਅਤੇ ਜੋ ਚੰਦਰਗੁਪਤ ਪਹਿਲਾ ਗੁਪਤ ਵੰਸ਼ ਦਾ, ਤਾਂ ਇਹਦਾ ਕਿੱਥੋਂ ਸ਼ੁਰੂ ਹੋਇਆ ਸੀ, ਇਹਦਾ ਹੋਇਆ ਸੀਗਾ, ਇਹਨਾਂ ਦਾ ਸ਼ੁਰੂ ਹੋਇਆ ਸੀ ਉੱਤਰ ਪ੍ਰਦੇਸ਼ ਤੋਂ। ਪਰ ਮਗਧ ਸਾਮਰਾਜ ਦੀ ਇੱਥੇ ਵੀ ਮਹੱਤਤਾ ਸੀ। ਤਾਂ ਚੰਦਰਗੁਪਤ ਮੌਰੀਆ ਨੇ ਆਪਣਾ ਕੰਮ ਮਗਧ ਸਾਮਰਾਜ ਤੋਂ ਸ਼ੁਰੂ ਕੀਤਾ ਸੀ, ਜਿੱਤ ਕੇ ਉਹਨੂੰ, ਨੰਦਾ ਨੂੰ ਹਰਾ ਕੇ। ਤਾਂ ਇਹਨੇ ਵੀ, ਚੰਦਰਗੁਪਤ ਨੇ ਵੀ ਮਗਧ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਅਤੇ ਆਪਣੇ ਰਾਜ ਦਾ ਵਿਸਤਾਰ ਕੀਤਾ। ਦੇਖੋ ਉੱਥੇ ਵੀ ਮਗਧ, ਇੱਥੇ ਵੀ ਮਗਧ। ਉਸ ਦਾ ਪੁੱਤਰ ਸਮੁੰਦਰ ਗੁਪਤ ਇਸ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸੀ। ਤਾਂ ਫਿਰ ਚੰਦਰਗੁਪਤ ਦਾ ਪੁੱਤ ਕੌਣ ਹੋਇਆ, ਸਮੁੰਦਰ ਗੁਪਤ। ਦੇਖੋ ਸਮੁੰਦਰ ਗੁਪਤ, ਸਮੁੰਦਰ ਹੁੰਦਾ ਅਥਾਹ, ਬਹੁਤ ਵੱਡਾ। ਸਮੁੰਦਰ ਕੀ ਹੁੰਦਾ ਗਾ, ਸਮੁੰਦਰ ਹੁੰਦਾ ਗਾ ਅਥਾਹ, ਬਹੁਤ ਵੱਡਾ। ਤਾਂ ਮੇਰਾ ਕਹਿਣ ਦਾ ਭਾਵ, ਤਾਂ ਸਮੁੰਦਰ ਗੁਪਤ ਦੇ ਨਾਂ ਤੋਂ ਹੀ ਪਤਾ, ਕੁਐਸਚਨ ਆ ਜਾਂਦਾ ਇਸ ਦਾ ਰਾਜ ਕਵੀ ਕੌਣ ਸੀ। ਤਾਂ ਸਮੁੰਦਰ ਜਿਨ ਖੋਜਾ ਤਿਨ ਪਾਇਆ, ਡੂੰਘੇ ਪਾਣੀ ਬੈਠ। ਜੇਕਰ ਅਸੀਂ ਇਕੱਲਾ ਸਮੁੰਦਰ ਦਾ ਸਮ ਦੇਖ ਲਈਏ, ਸਮ ਦਾ ਮਤਲਬ ਹੁੰਦਾ ਗਾ ਮੈਥ ਦੇ ਵਿੱਚ ਬਰਾਬਰ, ਵੀ ਇਹ ਸੰਖਿਆ ਸਮ ਹਨ, ਬਰਾਬਰ ਹਨ, ਇਕੁਅਲ ਹਨ। ਤਾਂ ਸਾਰੇ ਬਰਾਬਰ ਨੇ ਕਿਹਦੀਆਂ ਨਜ਼ਰਾਂ 'ਚ, ਪਰਮਾਤਮਾ ਦੀ ਨਜ਼ਰਾਂ 'ਚ। ਅਤੇ ਹਿੰਦੂ ਧਰਮ 'ਚ ਕੀ ਕਿਹਾ ਜਾਂਦਾ ਗਾ, ਹਰੀ। ਤਾਂ ਉਸ ਦਾ ਰਾਜ ਕਵੀ ਕੌਣ ਸੀਗਾ, ਸਮੁੰਦਰ ਦਾ ਸਮ ਦਾ ਹਰੀ ਸੇਨ। ਇਹ ਰਾਜ ਕਵੀ ਯਾਦ ਕਰਨ ਵਾਸਤੇ ਹੈਗਾ। ਰਾਜ ਕਵੀ ਹਰੀ ਸੇਨ ਦੇ ਇਲਾਹਾਬਾਦ ਵਿਖੇ ਸਤੰਭ ਲੇਖ ਵਿੱਚ ਕੀਤਾ ਹੈ। ਦੇਖੋ ਸਮੁੰਦਰ ਸਮੁੰਦਰ ਬਹੁਤ ਵੱਡਾ। ਤਾਂ ਸਮੁੰਦਰ ਗੁਪਤ ਨੂੰ ਉਸਦੇ ਪਿਤਾ ਚੰਦਰਗੁਪਤ ਨੇ ਗੱਦੀ 'ਤੇ ਬੈਠਣ ਲਈ ਚੁਣਿਆ ਸੀ। ਲਗਭਗ 35 ਸਾਲਾਂ ਦੇ ਆਪਣੇ ਰਾਜਕਾਲ ਵਿੱਚ ਉਸਨੇ ਬਹੁਤ ਸਾਰੀਆਂ ਰਾਜਾਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲਿਆ।
ਹਾਂ, ਸਮੁੰਦਰ ਗੁਪਤ ਦਾ ਕੰਮ, ਸਮੁੰਦਰ ਗੁਪਤ ਦਾ ਜਿਹੜਾ ਮੇਨ ਕੰਮ ਸੀਗਾ, ਇਹਨਾਂ ਨੇ ਜਸਟ ਉਹਨਾਂ ਨੂੰ ਆਪਣੇ ਅਧੀਨ ਕੀਤਾ। ਉਸ ਦੀਆਂ ਸਫਲਤਾਵਾਂ ਦਾ ਵਰਣਨ ਉਸ ਦੇ ਰਾਜ ਕਵੀ ਹਰੀ, ਦੇਖੋ ਸਮ ਹੁੰਦਾ ਬਰਾਬਰ, ਬਰਾਬਰ ਕਿਹਦੇ ਸਾਹਮਣੇ ਆ, ਅਸੀਂ ਹਰੀ ਦੇ। ਤਾਂ ਤੂੰ ਯਾਦ ਕਰਨ ਦਾ ਤਰੀਕਾ ਸਿਰਫ ਇੱਕ ਇਹ, ਚਾਹੇ ਸਮੁੰਦਰ ਜਿਨ ਖੋਜਾ ਤਿਨ ਪਾਇਆ ਡੂੰਘੇ ਪਾਣੀ ਬੈਠ, ਭਾਵ ਜਿਹਨੇ ਸਮੁੰਦਰ 'ਚ ਡੁਬਕੀ ਮਾਰ ਲਈ ਉਹਨੂੰ ਹਰੀ ਮਿਲ ਜਾਂਦਾ, ਉਸ ਨੂੰ ਪਰਮਾਤਮਾ ਮਿਲ ਜਾਂਦਾ। ਉਸ ਦੇ ਰਾਜ ਕਵੀ ਹਰੀ ਸੈਨ ਨੇ ਇਲਾਹਾਬਾਦ, ਇਲਾਹਾਬਾਦ ਕਿੱਥੇ ਹੈ ਜੀ, ਉੱਤਰ ਪ੍ਰਦੇਸ਼ ਵਿਖੇ ਸਤੰਭ ਲੇਖ ਵਿੱਚ ਕੀਤਾ ਹੈ, ਸਤੰਭ ਲੇਖ ਵਿੱਚ ਕੀਤਾ ਹੈ। ਦੇਖੋ ਜੋ ਮੌਰੀਆ ਵੰਸ਼ ਸੀ ਉਸ ਦਾ ਜ਼ਿਆਦਾ ਸੰਬੰਧ ਰਿਹਾ ਪਾਟਲੀਪੁੱਤਰ ਪਟਨਾ ਬਿਹਾਰ ਦੇ ਵਿੱਚ, ਅਤੇ ਜੋ ਗੁਪਤ ਸੀ ਇਹਨਾਂ ਦਾ ਰਿਹਾ ਉੱਤਰ ਪ੍ਰਦੇਸ਼, ਪੂਰਬੀ ਉੱਤਰ ਪ੍ਰਦੇਸ਼। ਅਸੀਂ ਪਹਿਲਾਂ ਹੀ ਪੜ੍ਹਿਆ ਤਾਂ ਇਲਾਹਾਬਾਦ ਦਾ ਸਤੰਭ ਲੇਖ ਭਾਵ ਸਟੋਨ, ਪੱਥਰ 'ਤੇ ਉੱਥੋਂ ਦਾ ਸਤੰਭ ਲੇਖ ਹੈ ਇੱਕ ਪਿਲਰ, ਅਤੇ ਉੱਥੋਂ ਦੀ ਲਿਖਿਆ ਹੋਏਗਾ। ਅਸੀਂ ਨੇ ਪਹਿਲੇ 7ਵੇਂ ਪਾਠ 'ਚ ਕੀਤਾ ਸੀ, ਸਕੰਦ ਗੁਪਤ ਅਤੇ ਸਮੁੰਦਰ ਗੁਪਤ ਨੇ ਆਪਣੀਆਂ ਸਫਲਤਾਵਾਂ ਨੂੰ ਸਤੰਭ ਲੇਖਾਂ ਉੱਤੇ ਲਿਖਵਾ ਦਿੱਤਾ ਸੀ, ਹੈ ਨਾ। ਇਸ ਤਰ੍ਹਾਂ ਤਾਂ ਸਮੁੰਦਰ ਗੁਪਤ ਦੇ ਰਾਜ ਕਵੀ ਹਰੀ ਸੈਨ ਨੇ ਇਲਾਹਾਬਾਦ ਵਿਖੇ ਸਤੰਭ ਲੇਖ ਵਿੱਚ ਉਸ ਦੀਆਂ ਜਿੱਤਾਂ ਦਾ ਵਰਣਨ ਕੀਤਾ ਹੈ। ਇਹ ਨਕਸ਼ਾ, ਇਹ ਇੱਕ ਵੱਖਰੀ ਵੀਡੀਓ ਰਾਹੀਂ ਅਸੀਂ ਪੂਰੇ ਵਧੀਆ ਡਿਟੇਲ ਦੇ ਵਿੱਚ ਕਰਾਂਗੇ। ਸਮੁੰਦਰ ਗੁਪਤ ਨੇ ਉੱਤਰੀ ਭਾਰਤ, ਜੋ ਸਮੁੰਦਰ ਗੁਪਤ ਦੀ ਨੇ ਉੱਤਰੀ ਭਾਰਤ, ਜਿਸ ਨੂੰ ਆਰਿਆਵਰਤ ਕਿਹਾ ਜਾਂਦਾ ਹੈ, ਦੇ 8 ਰਾਜਿਆਂ ਨੂੰ ਹਰਾ ਕੇ ਆਪਣੇ ਰਾਜ ਵਿੱਚ ਮਿਲਾ ਲਿਆ। ਉੱਤਰੀ ਭਾਰਤ ਦੇ 8 ਰਾਜੇ ਸੀ, ਉਹਨਾਂ ਨੂੰ ਹਰਾਇਆ ਅਤੇ ਉਹਨਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਉਸਨੇ ਦੱਖਣੀ ਭਾਰਤ ਉੱਤੇ ਚੜ੍ਹਾਈ ਕਰਕੇ 12 ਰਾਜਿਆਂ ਨੂੰ ਹਰਾਇਆ। ਦੱਖਣੀ ਭਾਰਤ ਉੱਤੇ ਚੜ੍ਹਾਈ, ਦੇਖੋ ਤੁਹਾਨੂੰ ਕੁਐਸਚਨ ਆ ਜੇ, ਉੱਤਰੀ ਭਾਰਤ ਨੂੰ ਕੀ ਕਹਿੰਦੀ, ਆਰਿਆਵਰਤ। ਪਹਿਲਾ ਕੁਐਸਚਨ, ਉੱਤਰੀ ਭਾਰਤ ਦੇ ਕਿੰਨੇ ਰਾਜਿਆਂ ਨੂੰ ਹਰਾਇਆ, 8 ਨੂੰ। ਦੱਖਣੀ ਭਾਰਤ ਦੇ ਰਾਜੇ ਕਿੰਨੇ, 12। ਇਸ ਤੋਂ ਉਲਟ ਕੁਐਸਚਨ ਆ ਜੇ ਕਿ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਕਿਸ ਨੇ ਹਰਾਇਆ ਸੀ। ਤਾਂ ਸਰ ਅੱਜ ਚੰਦਰਗੁਪਤ ਮੌਰਿਆ, ਚੰਦਰਗੁਪਤ ਪਹਿਲਾ, ਚੰਦਰਗੁਪਤ ਵਿਕਰਮਾਦਿੱਤਿਆ, ਅਤੇ ਜਾਂ ਅਜੇ ਸਮੁੰਦਰ ਗੁਪਤ। ਦੇਖੋ ਇੱਕ ਯਾਦ ਕਰਨ ਦਾ ਵੀ ਦੱਖਣੀ ਭਾਰਤ ਦੇ 12 ਰਾਜੇ, ਜੇਕਰ ਅਸੀਂ ਗੱਲ ਕਰੀਏ ਤਾਂ ਦੱਖਣ ਵਾਲੇ ਪਾਸੇ ਦੀ, ਤਾਂ ਇੱਧਰ ਅਰਬ ਸਾਗਰ ਹੈ, ਇੱਧਰ ਬੰਗਾਲ ਦੀ ਖਾੜੀ ਹੈ, ਤਾਂ ਦੱਖਣ ਵੱਲ ਹੈ ਹਿੰਦ ਮਹਾਸਾਗਰ। ਤਾਂ ਚਾਰੇ ਪਾਸੇ ਕੀ ਹੈਗਾ, ਸਮੁੰਦਰ ਹੀ ਸਮੁੰਦਰ। ਤਾਂ ਸਮੁੰਦਰ ਦੇ ਵਿੱਚ ਸਮੁੰਦਰ ਵਾਲੇ ਪਾਸੇ ਕੌਣ ਆਇਆ, ਸਮੁੰਦਰ ਵਾਲੇ ਪਾਸੇ ਕੌਣ ਆਇਆ, ਕੌਣ ਆਇਆ ਜੀ, ਸਮੁੰਦਰ ਗੁਪਤ। ਯਾਦ ਕਰਨ ਦਾ ਤਰੀਕਾ ਜਸਟ ਇੱਕ ਇਹ ਕਿ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਕਿਸ ਨੇ ਹਰਾਇਆ, ਅਤੇ ਚੰਦਰਗੁਪਤ ਨੇ ਨਹੀਂ ਹਰਾਇਆ, ਚੰਦਰਗੁਪਤ ਦੂਜੇ ਨੇ ਨਹੀਂ ਹਰਾਇਆ, ਚੰਦਰਗੁਪਤ ਮੌਰਿਆ ਨੇ ਨਹੀਂ ਹਰਾਇਆ, ਸਕੰਦ ਗੁਪਤ ਨੇ ਨਹੀਂ ਹਰਾਇਆ, ਤਾਂ ਕਿਹਨੇ ਹਰਾਇਆ, ਸਮੁੰਦਰ ਨਾਲ ਕੋਰਿਲੇਟ ਕਰਕੇ ਆ ਜਾਊਗਾ ਸਮੁੰਦਰ ਗੁਪਤ। ਸਮੁੰਦਰ ਗੁਪਤ ਨੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ। ਤਾਂ ਦੇਖੋ ਜੋ ਚੰਦਰਗੁਪਤ ਮੌਰਿਆ ਸੀ ਉਹਦਾ ਰਾਜ ਵੀ ਕਰਨਾਟਕਾ ਤੱਕ ਸੀ, ਤਾਂ ਸਮੁੰਦਰ ਗੁਪਤ ਨੇ 12 ਰਾਜਿਆਂ ਨੂੰ ਹਰਾਇਆ, ਪਰੰਤੂ ਉਸ ਦੀ ਅਧੀਨਤਾ ਮੰਨਣ ਤੋਂ ਉਸਨੇ ਉਹਨਾਂ ਦੇ ਰਾਜ ਨੂੰ ਵਾਪਸ ਕਰ ਦਿੱਤੇ, ਕਿਉਂਕਿ ਸਮਝਦਾਰ ਸੀਗਾ ਜੇਕਰ ਦੱਖਣੀ ਭਾਰਤ ਤੱਕ ਇਹ ਆਪਣਾ ਰਾਜ ਦਾ ਵਿਸਤਾਰ ਕਰ ਲੈਂਦਾ ਤਾਂ ਐਡੇ ਵੱਡੇ ਖੇਤਰ ਦੇ ਉੱਤੇ ਸ਼ਾਸਨ ਕਰਨਾ ਬੜਾ ਔਖਾ ਸੀ। ਜਸਟ ਉਹਨਾਂ ਨੂੰ ਆਪਣੇ ਅਧੀਨ ਕੀਤਾ, ਉਹਨਾਂ ਤੋਂ ਸਾਲਾਨਾ ਜੋ ਚੰਦਾ, ਜੋ ਰਸਦ, ਜੋ ਰਕਮ ਲੈਣੀ ਹੁੰਦੀ ਸੀ ਉਹ ਤੈਅ ਕਰ ਲਈ ਅਤੇ ਲੈਂਦਾ ਰਿਹਾ, ਅਤੇ ਇਸ ਨੂੰ ਆਮਦਨ ਹੁੰਦੀ ਰਹੀ, ਅਤੇ ਨਾਲੇ ਉਹ ਇਸ ਤੋਂ ਡਰ ਕੇ ਰਹੇ। ਹੋਰ ਕਈ ਸਰਹੱਦੀ ਰਾਜਾਂ ਅਤੇ ਗਣਤੰਤਰ ਰਾਜਾਂ ਨੇ ਉਸ ਦੀ ਅਧੀਨਤਾ ਸਵੀਕਾਰ ਕਰ ਲਈ, ਹੋਰਾਂ ਨੇ ਵੀ ਕਰ ਲਈ। ਇਹਨਾਂ ਵਿੱਚੋਂ ਪੰਜਾਬ ਦੇ ਮਦਰਕ, ਪੰਜਾਬ ਅਤੇ ਹਰਿਆਣਾ ਦੇ ਜਦੋਏ ਵੀ ਸ਼ਾਮਲ ਸਨ। ਕੁਝ ਵਿਦੇਸ਼ੀ ਤਾਕਤਾਂ ਨੇ, ਜਿਵੇਂ ਪੱਛਮੀ ਭਾਰਤ ਦੇ ਸ਼ਕ, ਕਿਉਂਕਿ ਜਿਹੜੇ ਸ਼ਕ ਸੀਗੇ ਉਹਨਾਂ ਦਾ ਖੇਤਰਫਲ ਪੱਛਮੀ ਭਾਰਤ, ਪੰਜਾਬ, ਉੱਤਰ ਪ੍ਰਦੇਸ਼ ਦਾ ਮਥੁਰਾ, ਉਜੈਨ ਇੱਧਰ ਸੀ, ਤਾਂ ਪੱਛਮੀ ਭਾਰਤ ਦੇ ਸ਼ਕ ਅਤੇ ਗੰਧਾਰ ਦੇ ਕੁਸ਼ਾਣ, ਜਿਹੜੇ ਕੁਸ਼ਾਣ ਸੀ ਉਹਨਾਂ ਦਾ ਖੇਤਰ ਕਿੱਥੇ ਸੀਗਾ ਜੀ, ਉੱਤਰ ਪੱਛਮੀ ਸਰਹੱਦੀ ਪ੍ਰਦੇਸ਼, ਪੰਜਾਬ ਕਹਿ ਲਓ,
ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਕੁਝ ਹਿੱਸੇ। ਦੇਖੋ ਕੁਸ਼ਾਨਾਂ ਨੇ ਵੀ ਅਫਗਾਨਿਸਤਾਨ ਤੱਕ ਆਪਣਾ ਰਾਜ ਫੈਲਾ ਲਿਆ ਸੀ, ਉੱਧਰੋਂ ਕਸ਼ਮੀਰ ਤੱਕ। ਠੀਕ ਹੈ ਜੀ। ਸਮੁੰਦਰ ਗੁਪਤ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ। ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ। ਕੁਝ ਸਿੱਕਿਆਂ 'ਤੇ ਸਮੁੰਦਰ ਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ। ਇੱਕ ਸਾਜ਼ ਹੈ। ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ। ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਰਹਿੰਦੇ ਸਨ। ਇਹ ਸਮੁੰਦਰ ਗੁਪਤ ਬਾਰੇ ਦੇਖੋ। ਦੱਖਣੀ ਭਾਰਤ ਦੇ 12 ਰਾਜੇ ਤਾਂ ਜੋੜ ਲਓ ਵੀ ਦੱਖਣੀ ਭਾਰਤ ਦੇ ਤਿੰਨੇ ਪਾਸੇ ਸਮੁੰਦਰ ਹੀ ਸਮੁੰਦਰ, ਦਰਿਆ ਹੀ ਦਰਿਆ, ਅਰਬ ਸਾਗਰ, ਬੰਗਾਲ ਦੀ ਖਾੜੀ, ਹਿੰਦ ਮਹਾਸਾਗਰ, ਤਾਂ ਸਮੁੰਦਰ ਨਾਲ ਜੁੜ ਕੇ ਬਣ ਜੂਗਾ ਸਮੁੰਦਰ ਗੁਪਤ ਨੇ। ਤਾਂ ਸਮੁੰਦਰ ਗੁਪਤ ਦੀ ਜੋ ਖਾਸੀਅਤ ਇਹ ਰਹੀ ਆ, ਉਸਨੇ ਇਕੱਲੇ ਉੱਤਰੀ ਭਾਰਤ ਦੇ 8 ਰਾਜਿਆਂ ਨੂੰ ਹਰਾ ਕੇ ਉਹਨਾਂ ਦੇ ਖੇਤਰ ਨੂੰ ਆਪਣੇ ਖੇਤਰ ਦੇ ਵਿੱਚ ਸ਼ਾਮਲ ਕੀਤਾ ਸੀ, ਅਤੇ ਬਾਕੀ ਜੋ ਵੀ ਉਸਨੇ ਹਰਾਏ, ਜਿਸ ਨਾਲ ਵੀ ਉਸਨੇ ਸੰਧੀਆਂ ਕੀਤੀਆਂ, ਕਿਸੇ ਦੇ ਖੇਤਰ ਨੂੰ ਉਸਨੇ ਆਪਣੇ ਅਧੀਨ ਨਹੀਂ ਕੀਤਾ ਸੀ। ਇਹ ਸਮੁੰਦਰ ਗੁਪਤ ਦੀ ਖਾਸੀਅਤ ਰਹੀ ਆ। ਵੈਸੇ ਵੀ ਜਿਹੜਾ ਸਮੁੰਦਰ ਹੁੰਦਾ, ਸਮੁੰਦਰ ਦਾ ਸੁਭਾਅ ਕੀ ਹੁੰਦਾ? ਨਰਮ ਸੁਭਾਅ। ਅਸੀਂ ਸਮੁੰਦਰ ਦੇ ਵਿੱਚ ਕੁਛ ਮਰਜ਼ੀ ਸੁੱਟੀ ਜਾਈਏ, ਪਰ ਉਹ ਬੋਲਦਾ ਨਹੀਂ। ਇਸੇ ਤਰ੍ਹਾਂ ਸਮੁੰਦਰ ਗੁਪਤ ਸਿਰਫ ਉਹਨੇ ਉੱਤਰੀ ਭਾਰਤ ਦੇ 8 ਰਾਜਿਆਂ ਨੂੰ ਹਰਾਇਆ ਅਤੇ ਬਾਕੀਆਂ ਨੇ ਸਿਰਫ ਉਹਦੀ ਅਧੀਨਤਾ ਸਵੀਕਾਰ ਕੀਤੀ ਸੀ। ਉਹ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ। ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸੀ। ਉਸਨੇ ਬਹੁਤ ਸਾਰੇ ਸੋਨੇ ਦੇ ਸਿੱਕੇ ਜਾਰੀ ਕੀਤੇ। ਕੁਝ ਸਿੱਕਿਆਂ 'ਤੇ ਸਮੁੰਦਰ ਗੁਪਤ ਨੂੰ ਬੈਠ ਕੇ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਹੈ। ਉਸ ਦੇ ਦਰਬਾਰ ਵਿੱਚ ਬਹੁਤ ਸਾਰੇ ਵਿਦਵਾਨ ਅਤੇ ਕਲਾਕਾਰ ਵੀ ਰਹਿੰਦੇ ਸਨ। ਅਤੇ ਜੇਕਰ ਅਸੀਂ ਗੱਲ ਕਰੀਏ ਗੰਧਾਰ ਅਤੇ ਕੁਸ਼ਾਨ, ਜੋ ਗੰਧਾਰ ਵੱਲ ਸਨ, ਉਹਨਾਂ ਦਾ ਖੇਤਰ ਕੀ ਸੀਗਾ? ਸਾਡਾ ਇੱਧਰ ਆ ਗਏ ਸੀ ਸਾਰੇ, ਇਹ ਮਥੁਰਾ ਵਿੱਚ ਵੀ ਆ ਗਏ ਸੀ ਇਹ, ਅਤੇ ਇੱਧਰ ਸਾਡਾ ਗੰਧਾਰ, ਅਫਗਾਨਿਸਤਾਨ, ਇਹਨਾਂ ਸਾਰਿਆਂ ਉੱਤੇ ਇਹਨਾਂ ਕੁਸ਼ਾਨਾਂ ਦਾ ਅਧਿਕਾਰ ਹੋ ਗਿਆ ਸੀ। ਕਨਿਸ਼ਕ ਹੋਰਾਂ ਨੇ ਅਧਿਕਾਰ ਕਰ ਲਿਆ ਸੀ। ਗੁਜਰਾਤ, ਇੱਧਰ ਜੋ ਹਿੱਸੇ ਸੀ ਕਨਿਸ਼ਕ ਨੇ ਇਹਨਾਂ ਸਾਰਿਆਂ 'ਤੇ ਅਧਿਕਾਰ ਕਰ ਲਿਆ ਸੀ। ਜਦੋਂ ਅਸੀਂ ਨੇ ਕੁਸ਼ਾਨ ਕਾਲ ਦੇ ਬਾਰੇ ਪੜ੍ਹਿਆ ਸੀ, ਕਨਿਸ਼ਕ ਨੇ ਆਪਣੇ ਦਰਬਾਰ ਦੇ ਵਿੱਚ ਚੌਥੀ ਮਹਾਂਸਭਾ ਕਰਾਈ ਸੀ ਬੋਧੀਆਂ ਦੀ, ਤਾਂ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਅਤੇ ਬਲਖ ਦਾ ਬੜਾ ਹੋਆ। ਜੇ ਅਫਗਾਨਿਸਤਾਨ ਦਾ ਖੇਤਰ ਸੀ ਬਲਖ, ਅਫਗਾਨਿਸਤਾਨ 'ਤੇ ਜਾ ਅਧਿਕਾਰ ਕੀਤਾ ਸੀ ਚੰਦਰਗੁਪਤ ਮੌਰਿਆ ਨੇ। ਉਹ ਪਹਿਲਾ ਬੰਦਾ ਹੋਇਆ, ਤਾਂ ਪਹਿਲਾ ਬੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਕਨਿਸ਼ਕ ਹੋਇਆ ਅਤੇ ਉਸਨੇ ਕੀਤਾ ਸੀਗਾ। ਤਾਂ ਸਮੁੰਦਰ ਗੁਪਤ ਬਾਰੇ ਅਸੀਂ ਨੇ ਪੜ੍ਹ ਲਿਆ। 12 ਰਾਜੇ ਦੱਖਣੀ ਭਾਰਤ ਦੇ, 8 ਰਾਜੇ ਉੱਤਰੀ ਭਾਰਤ ਦੇ। ਦੱਖਣ ਨਾਲ ਜੋੜਨਾ ਤਾਂ ਸਮੁੰਦਰ ਨਾਲ ਜੋੜ ਲਿਓ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਮੁੰਦਰ ਗੁਪਤ ਦੀ ਖਾਸੀਅਤ ਇਹ ਰਹੀ ਆ, ਇਸਨੇ ਸਿਰਫ ਉੱਤਰੀ ਭਾਰਤ ਦੇ 8 ਰਾਜਿਆਂ ਤੋਂ ਬਿਨਾਂ ਕਿਸੇ ਹੋਰ ਰਾਜੇ ਦੇ ਖੇਤਰ ਨੂੰ ਆਪਣੇ ਅਧੀਨ ਨਹੀਂ ਕੀਤਾ ਸੀ। ਇਸ ਤੋਂ ਅੱਗੇ ਆ ਗਿਆ ਚੰਦਰਗੁਪਤ ਦੂਜਾ, ਵਿਕਰਮਾਦਿੱਤਿਆ। ਜਿਹੜਾ ਵਿਕਰਮਾਦਿੱਤਿਆ ਗਾ, ਇਹਦਾ ਮਤਲਬ ਕੀ ਹੈ? ਵੀਰਤਾ ਦਾ ਸੂਰਜ। ਤੁਸੀਂ ਉਜੈਨ ਦੇ ਮਸ਼ਹੂਰ ਰਾਜਾ ਵਿਕਰਮਾਦਿੱਤਿਆ ਅਤੇ ਉਸਦੇ ਦਰਬਾਰ ਦੇ 9 ਰਤਨ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਉਹ ਸਮੁੰਦਰ ਗੁਪਤ ਦਾ ਪੁੱਤਰ ਚੰਦਰਗੁਪਤ ਦੂਜਾ ਹੀ ਸੀ। ਉਸ ਦੇ ਨਾਂ ਨਾਲ ਜੁੜੀਆਂ ਸਾਰੀਆਂ ਕਹਾਣੀਆਂ ਸ਼ਾਇਦ ਸੱਚ ਨਾ ਹੋਣ। ਇਸ ਤੋਂ ਪਤਾ ਚੱਲਦਾ ਕਿ ਉਹ ਪ੍ਰਾਚੀਨ ਕਾਲ ਦਾ ਇੱਕ ਲੋਕਪ੍ਰਿਯ ਰਾਜਾ ਸੀ। ਉਸ ਨੇ 380 ਈਸਵੀ ਤੋਂ ਲੈ ਕੇ 412 ਈਸਵੀ ਤੱਕ ਰਾਜ ਕੀਤਾ। ਉਸ ਦੀ ਸਭ ਤੋਂ ਮਹੱਤਵਪੂਰਨ ਜਿੱਤ ਪੱਛਮੀ ਭਾਰਤ ਦੇ ਸ਼ਕਾਂ ਉੱਤੇ ਸੀ। ਪੱਛਮੀ ਭਾਰਤ ਦੇ ਸ਼ਕ, ਦੇਖੋ ਸਮੁੰਦਰ ਗੁਪਤ ਨੇ ਤਾਂ ਇਹਨਾਂ ਨੂੰ ਹਰਾਇਆ, ਉਹਨਾਂ ਨੇ ਇਸ ਦੀ ਅਧੀਨਤਾ ਸਵੀਕਾਰ ਕਰ ਲਈ। ਮਤਲਬ ਸਮੁੰਦਰ ਗੁਪਤ ਜ਼ਿਆਦਾ ਇਹਨਾਂ ਨੂੰ ਖੈਬੜਿਆ ਨਹੀਂ, ਉਹ ਡਰ ਗਏ ਅਤੇ ਇਹਨਾਂ ਨੇ ਅਧੀਨਤਾ ਸਵੀਕਾਰ ਕਰ ਲਈ। ਪਰ ਸ਼ਕਾਂ ਦਾ ਸਫਾਇਆ ਕਿਹਨੇ ਕੀਤਾ? ਚੰਦਰਗੁਪਤ ਦੂਜੇ ਨੇ। ਦੇਖੋ ਪੱਛਮ ਵਾਲੇ ਪਾਸੇ ਜਦੋਂ ਹੁਣ ਜਿੱਤਾਂ ਪ੍ਰਾਪਤ ਕਰਨ ਦਾ ਕੰਮ ਆ ਗਿਆ,
ਤਾਂ ਪੱਛਮ ਵਾਲੇ ਪਾਸੇ ਜਿੱਤਾਂ ਪ੍ਰਾਪਤ ਕਰਨ ਦਾ ਸਭ ਤੋਂ ਪਹਿਲਾਂ ਕੰਮ ਸ਼ੁਰੂ ਕੀਤਾ ਚੰਦਰਗੁਪਤ ਮੌਰਿਆ। ਉਹ ਪਹਿਲਾ ਬੰਦਾ ਹੋ ਗਿਆ। ਤਾਂ ਦੂਜਾ ਹੁਣ ਕੌਣ ਹੋਊਗਾ? ਚੰਦਰਗੁਪਤ ਦੂਜਾ। ਪਰ ਜਿਹੜਾ ਚੰਦਰਗੁਪਤ ਦੂਜਾ ਗਾ ਇਹ ਗੁਪਤ ਵੰਸ਼ ਦਾ ਗਾ, ਇਹ ਯਾਦ ਰੱਖਣਾ। ਚੰਦਰਗੁਪਤ ਦੂਜਾ, ਜੋ ਚੰਦਰਗੁਪਤ ਦੂਜਾ ਗਾ ਇਹ ਗੁਪਤ ਵੰਸ਼ ਦਾ ਗਾ। ਚੰਦਰਗੁਪਤ ਦੂਜਾ। ਜੇਕਰ ਅਸੀਂ ਪਹਿਲੇ ਗੱਲ ਕਰੀਏ, ਪਹਿਲੇ ਮਸ਼ਹੂਰ, ਤਾਂ ਉੱਧਰੋਂ ਚੰਦਰਗੁਪਤ ਮੌਰਿਆ, ਇੱਧਰ ਚੰਦਰਗੁਪਤ ਪਹਿਲਾ। ਠੀਕ ਹੈ ਜੀ, ਚੰਦਰਗੁਪਤ ਮੌਰਿਆ ਅਤੇ ਚੰਦਰਗੁਪਤ ਪਹਿਲਾ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਤਾਂ ਦੀ, ਇਲਾਕੇ ਜਿੱਤਣ ਦੀ, ਤਾਂ ਉੱਥੇ 1 ਜਾਂ 2 ਨੰਬਰ ਕਰ ਸਕਦੇ ਹਾਂਗੇ। ਚੰਦਰਗੁਪਤ ਮੌਰਿਆ ਜਾਣੀ ਕਿ ਪਹਿਲਾ ਰਾਜਾ ਹੋ ਗਿਆ, ਅਤੇ ਚੰਦਰਗੁਪਤ ਫਿਰ ਦੂਜਾ ਹੋਊਗਾ, ਭਾਵ ਵਿਕਰਮਾਦਿੱਤਿਆ। ਤਾਂ ਉਸਨੇ ਪੱਛਮੀ ਭਾਰਤ ਦੇ ਸ਼ਕਾਂ ਉੱਤੇ ਜਿੱਤ ਪ੍ਰਾਪਤ ਕੀਤੀ। ਇਸ ਜਿੱਤ ਨਾਲ ਭਾਰਤ ਉੱਤੇ ਵਿਦੇਸ਼ੀ ਰਾਜ ਖਤਮ ਹੋ ਗਿਆ। ਚੰਦਰਗੁਪਤ ਮੌਰਿਆ ਨੇ ਵੀ ਇਹੀ ਕੰਮ ਕੀਤਾ ਸੀ। ਅਫਗਾਨਿਸਤਾਨ ਵਾਲੇ ਪਾਸੇ ਸਲਿਕਸ ਹੋਰਾਂ ਨੂੰ ਹਰਾ ਕੇ ਵਿਦੇਸ਼ੀ ਤਾਕਤਾਂ ਨੂੰ ਕੁਚਲਿਆ ਸੀ। ਤਾਂ ਉਹ ਪਹਿਲਾ ਵਿਅਕਤੀ ਸੀਗਾ। ਤਾਂ ਦੂਜਾ ਵਿਅਕਤੀ ਫਿਰ ਕੌਣ ਹੋਊਗਾ? ਚੰਦਰਗੁਪਤ ਦੂਜਾ, ਜਾਂ ਕਹਿ ਸਕਦੇ ਹਾਂ ਵਿਕਰਮਾਦਿੱਤਿਆ, ਵੀਰਤਾ ਦਾ ਸੂਰਜ। ਦਿੱਲੀ ਵਿੱਚ ਕੁਤਬ ਮੀਨਾਰ, ਦਿੱਲੀ ਵਿੱਚ ਮਹਿਰੌਲੀ ਜਗ੍ਹਾ ਦਾ ਨਾਂ, ਕੁਤਬ ਮੀਨਾਰ ਦੇ ਕੋਲ ਲੱਗਿਆ ਲੋਹੇ ਦਾ ਵਿਸ਼ਾਲ ਸਤੰਭ ਇਸ ਦੁਆਰਾ ਹੀ ਬਣਵਾਇਆ ਗਿਆ ਸੀ। ਇਸ ਸਤੰਭ ਉੱਤੇ ਲਿਖੇ ਲੇਖ ਵਿੱਚ ਚੰਦਰਗੁਪਤ ਦੀਆਂ ਸਫਲਤਾਵਾਂ ਦਾ ਵਰਣਨ ਹੈ। ਇਸ ਲੇਖ ਦੇ ਅਨੁਸਾਰ ਉਸਨੇ ਬੰਗਾਲ ਵਿੱਚ ਰਾਜਿਆਂ ਦੇ ਇੱਕ ਗੁੱਟ ਨੂੰ ਹਰਾਇਆ ਸੀ। ਅਤੇ ਚੰਦਰਗੁਪਤ ਦੂਜੇ ਨੇ ਬੰਗਾਲ ਵਿੱਚ ਇੱਕ ਰਾਜਿਆਂ ਦੇ ਗੁੱਟ ਨੂੰ ਹਰਾਇਆ ਸੀ। ਉਸ ਦੀ ਮਸ਼ਹੂਰੀ ਦੱਖਣੀ ਭਾਰਤ ਵਿੱਚ ਫੈਲੀ ਹੋਈ ਸੀ। ਦੇਖੋ, ਜਿਵੇਂ ਚੰਦਰਗੁਪਤ ਮੌਰਿਆ ਦੱਖਣ ਤੱਕ ਮਸ਼ਹੂਰ ਸੀ, ਤਾਂ ਦੂਜਾ ਵਿਅਕਤੀ ਚੰਦਰਗੁਪਤ ਦੂਜਾ। ਤਾਂ ਚੰਦਰਗੁਪਤ ਜਿਹੜਾ ਪਹਿਲਾ, ਜਸਟ ਉਹਨੂੰ ਅਸੀਂ ਇਹ ਕਹਿ ਸਕਦੇ ਪਹਿਲਾ ਰਾਜਾ ਸੀ ਗੁਪਤ ਵੰਸ਼ ਦਾ, ਜਿਹਦਾ ਵਰਣਨ ਕੀਤਾ ਗਿਆ ਵਧੀਆ। ਅਤੇ ਉਹਨੇ ਕੁਮਾਰ ਦੇਵੀ ਨਾਲ ਵਿਆਹ ਕਰਾਇਆ ਸੀ, ਲਿਸ਼ਵੀ ਵੰਸ਼ ਦੇ ਨਾਲ। ਅਤੇ ਉਸਨੇ ਮਗਧ ਨੂੰ ਆਪਣੇ ਰਾਜ ਵਿੱਚ ਮਿਲਾਇਆ ਸੀ। ਚੰਦਰਗੁਪਤ ਪਹਿਲੇ ਦਾ ਸਿਰਫ ਇਹ ਯੋਗਦਾਨ ਹੈਗਾ, ਮਗਧ ਨੂੰ ਆਪਣੇ ਰਾਜ ਵਿੱਚ ਮਿਲਾ ਕੇ ਇਸ ਦਾ ਵਿਸਤਾਰ ਕੀਤਾ ਸੀ। ਅਤੇ ਉਸ ਤੋਂ ਬਾਅਦ ਜੋ ਚੰਦਰਗੁਪਤ ਦੂਜਾ, ਭਾਵ ਦੂਜਾ ਚੰਦਰਗੁਪਤ, ਪਹਿਲਾ ਚੰਦਰਗੁਪਤ ਮੌਰਿਆ ਜਿੱਤਾਂ ਦੇ ਮਾਮਲੇ 'ਚ, ਫਿਰ ਚੰਦਰਗੁਪਤ ਦੂਜਾ ਜਿਹਨੇ ਹਰਾ ਕੇ ਇਲਾਕਿਆਂ 'ਤੇ ਅਧਿਕਾਰ ਕੀਤਾ। ਉਸ ਦੀ ਮਸ਼ਹੂਰੀ ਦੱਖਣੀ ਭਾਰਤ ਵਿੱਚ ਫੈਲੀ ਹੋਈ ਸੀ। ਉਸਨੇ ਸਿੰਧ ਨਦੀ ਨੂੰ ਪਾਰ ਕਰਕੇ ਉੱਤਰੀ ਅਫਗਾਨਿਸਤਾਨ ਵਿੱਚ ਬਲਖ ਦੇ ਖੇਤਰ ਨੂੰ ਜਿੱਤਿਆ ਸੀ। ਤਾਂ ਬਲਖ 'ਤੇ ਅਧਿਕਾਰ ਕਰਨ ਵਾਲਾ ਇਹ ਦੂਜਾ ਸੀਗਾ, ਅਫਗਾਨਿਸਤਾਨ ਦੇ ਖੇਤਰ 'ਤੇ, ਜਾਂ ਕੀਤਾ ਸੀ ਕਨਿਸ਼ਕ ਨੇ। ਉੱਥੇ ਉਸਨੇ ਖੁੰਖਾਰ ਹੁਣ ਕਬੀਲੇ ਨੂੰ ਹਰਾਇਆ ਸੀ। ਚੰਦਰਗੁਪਤ ਦੂਜੇ ਨੇ ਬਹੁਤ ਮਾਤਰਾ ਵਿੱਚ ਸੋਨੇ, ਚਾਂਦੀ ਅਤੇ ਤਾਂਬੇ ਦੇ ਸਿੱਕੇ ਜਾਰੀ ਕੀਤੇ। ਉਸਦੇ ਸੋਨੇ ਦੇ ਸਿੱਕੇ ਬਹੁਤ ਸੋਹਣੇ, ਅਤੇ ਉਹਨਾਂ ਤੋਂ ਸਾਨੂੰ ਚੰਦਰਗੁਪਤ ਦੀਆਂ ਸਫਲਤਾਵਾਂ ਅਤੇ ਚਰਿੱਤਰ ਦਾ ਪਤਾ ਲੱਗਦਾ ਹੈ। ਚੰਦਰਗੁਪਤ ਭਗਵਾਨ ਵਿਸ਼ਨੂੰ ਦਾ ਭਗਤ ਸੀ, ਭਾਵ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਸੀ। ਇਹ ਭਗਵਾਨ ਵਿਸ਼ਨੂੰ ਦਾ ਭਗਤ ਸੀ, ਪਰੰਤੂ ਸਾਰੇ ਧਰਮਾਂ ਦਾ ਆਦਰ ਵੀ ਕਰਦਾ ਸੀ। ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ, ਜਿਸ ਦਾ ਅਰਥ ਹੈ ਵੀਰਤਾ ਦਾ ਸੂਰਜ। ਦੇਖੋ, ਚੰਦਰਗੁਪਤ ਮੌਰਿਆ, ਉਹਨੂੰ ਅਸੀਂ ਨੰਬਰ 1 ਦੇ ਸਕਦੇ ਹਾਂ, ਅਤੇ ਚੰਦਰਗੁਪਤ ਦੂਜਾ, ਇਹਨੂੰ ਅਸੀਂ ਨੰਬਰ 2 ਦੇ ਸਕਦੇ ਹਾਂ ਜਿੱਤਾਂ ਦੇ ਮਾਮਲੇ 'ਚ। ਠੀਕ ਹੈ ਜੀ। ਸਮੁੰਦਰਗੁਪਤ ਦੱਖਣੀ ਭਾਰਤ ਦੇ 12, ਤਾਂ 12 ਮਤਲਬ ਸਮੁੰਦਰ ਵਾਲੇ ਪਾਸੇ। ਬਾਕੀ ਉਸਨੇ ਇਕੱਲਾ 8 ਰਾਜਿਆਂ ਨੂੰ ਹਰਾਇਆ ਅਤੇ ਉੱਤਰੀ ਭਾਰਤ ਦੇ ਉਹਨਾਂ ਦੇ ਖੇਤਰਾਂ ਨੂੰ ਆਪਣੇ ਖੇਤਰ 'ਚ ਸ਼ਾਮਲ ਕੀਤਾ ਸੀ। ਅਤੇ ਜਿਹੜੇ ਬਾਕੀ ਸੀ ਉਹਨਾਂ ਨੇ ਉਹਦੀ ਅਧੀਨਤਾ ਸਵੀਕਾਰ ਕਰ ਲਈ ਸੀ, ਸ਼ਕਾਂ ਨੇ, ਕੁਸ਼ਾਨਾਂ ਨੇ, ਸਾਰਿਆਂ ਨੇ। ਪਰ ਫਿਰ ਜਦੋਂ ਚੰਦਰਗੁਪਤ ਮੌਰਿਆ ਵਾਂਗੂ ਦੂਜਾ ਬੰਦਾ ਆਇਆ, ਚੰਦਰਗੁਪਤ ਦੂਜਾ ਵਿਕਰਮਾਦਿੱਤਿਆ, ਇਸ ਨੇ ਜਿੱਤ ਦਾ ਸਿਲਸਿਲਾ ਜਾਰੀ ਕੀਤਾ ਅਤੇ ਅਫਗਾਨਿਸਤਾਨ ਦੇ ਬਲਖ ਤੱਕ ਇਹ ਪਹੁੰਚ ਗਿਆ ਸੀ। ਅਤੇ ਇਸ ਨੇ ਸ਼ਕਾਂ ਨੂੰ ਵੀ ਹਰਾਇਆ, ਅਤੇ ਸ਼ਕਾਂ ਨੂੰ ਹਰਾ ਕੇ ਉਹਨਾਂ ਨੂੰ ਬਾਹਰੇ ਕੱਢਤਾ, ਵਿਦੇਸ਼ੀ ਤਾਕਤਾਂ ਤੋਂ ਮੁਕਤ ਕਰਾਤਾ ਭਾਰਤ ਨੂੰ, ਚੰਦਰਗੁਪਤ ਮੌਰਿਆ ਵਾਂਗੂ। ਠੀਕ ਹੈ ਜੀ। ਉਸਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ। ਸਕੰਦਗੁਪਤ ਚੰਦਰਗੁਪਤ ਦੂਜੇ ਦਾ ਪੋਤਾ ਸੀ।
ਜੋ ਸਕੰਦਗੁਪਤ ਆ ਉਹ ਚੰਦਰਗੁਪਤ ਦੂਜੇ ਦਾ ਪੋਤਰਾ ਸੀ। ਇਸ ਨੇ 454 ਈਸਵੀ ਤੋਂ ਲੈ ਕੇ 467 ਈਸਵੀ ਤੱਕ ਰਾਜ ਕੀਤਾ। 457 ਈਸਵੀ ਤੋਂ ਲੈ ਕੇ 454 ਈਸਵੀ ਤੋਂ ਲੈ ਕੇ 467 ਈਸਵੀ ਤੱਕ ਰਾਜ ਕੀਤਾ। ਇਹ ਵੀ ਇੱਕ ਮਹਾਨ ਰਾਜਾ ਅਤੇ ਜੇਤੂ ਸੀ। ਉਸਦੇ ਰਾਜਗੱਦੀ 'ਤੇ ਬੈਠਣ ਤੋਂ ਛੇਤੀ ਬਾਅਦ ਹੀ ਹੂਣਾਂ ਨੇ ਭਾਰਤ ਉੱਤੇ ਹਮਲੇ, ਦੇਖੋ ਚੰਦਰਗੁਪਤ ਦੂਜੇ ਨੇ ਹੂਣਾਂ ਨੂੰ ਹਰਾਇਆ ਸੀ, ਆਪਣੀ ਹਾਰ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਹਮਲੇ ਸ਼ੁਰੂ ਕਰ ਦਿੱਤੇ। ਸਕੰਦਗੁਪਤ ਨੇ ਉਹਨਾਂ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ। ਪੁਸ਼ਯਾਮਿੱਤਰ ਨਾਂ ਦੀ ਇੱਕ ਹੋਰ ਜਾਤੀ ਨੂੰ ਵੀ ਉਸਨੇ ਹਰਾਇਆ। ਸਕੰਦਗੁਪਤ ਦੇ ਬਾਅਦ ਗੁਪਤ ਵੰਸ਼ ਦਾ ਪਤਨ ਹੋ ਗਿਆ। ਸਕੰਦਗੁਪਤ ਦੇ ਬਾਅਦ ਕਈ ਗੁਪਤ ਰਾਜੇ ਹੋਏ, ਪਰੰਤੂ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸਨ। ਹੌਲੀ ਹੌਲੀ ਉਹਨਾਂ ਦੇ ਅਧੀਨ ਬਹੁਤ ਸਾਰੇ ਰਾਜੇ ਆਜ਼ਾਦ ਹੋ ਗਏ। ਇਸ ਦੇ ਨਾਲ ਹੀ ਹੂਣਾਂ ਆਦਿ ਵਿਦੇਸ਼ੀ ਦੇ ਹਮਲੇ ਨਾਲ 550 ਈਸਵੀ ਦੇ ਲਗਭਗ ਗੁਪਤ ਵੰਸ਼ ਦਾ ਖਾਤਮਾ ਹੋ ਗਿਆ। ਪਹਿਲੀ ਗੱਲ ਤਾਂ 550 ਈਸਵੀ ਦੇ ਲਗਭਗ ਹੋਇਆ, ਅਤੇ ਕਿਹਦੇ ਕਰਕੇ ਹੋਇਆ ਸੀ? ਮੇਨ ਕਾਰਨ ਹੂਣਾਂ ਦੇ ਹਮਲੇ। ਜਿਹੜੀ ਹੂਣਾਂ ਇੱਕ ਖੁੰਖਾਰ ਜਾਤੀ ਸੀ ਬਲਖ ਦੇ ਵਿੱਚ, ਉਹਨਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਇਹ ਅਸੀਂ ਕੱਲ੍ਹ ਵਾਲਾ ਹੀ ਕੰਮ ਕੀਤਾ ਗਾ, ਅਤੇ ਚੰਗੀ ਤਰ੍ਹਾਂ ਇੱਕ ਵਾਰੀ ਇਹਨੂੰ ਸੁਣ ਲਿਓ, ਤੁਹਾਡੇ ਯਾਦ ਹੋ ਜਾਏਗਾ। ਧੰਨਵਾਦ।